ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਲਈ ਕਰੋਨਾ ਕੇਅਰ ਸੈਂਟਰ ਸਥਾਪਿਤ ਕੀਤੇ ਜਾ ਰਹੇ ਨੇ। ਬੀਤੇ ਦਿਨੀ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ 10ਵੀਂ ਆਲਮਗੀਰ ਲੁਧਿਆਣਾ ਵਿਖੇ ਕਰੋਨਾ ਕੇਅਰ ਸੈਂਟਰ ਸਥਾਪਿਤ ਕੀਤੇ ਗਏ, ਉੱਥੇ ਹੀ ਹੁਣ ਹਲਕਾ ਭੁਲੱਥ ਦੇ ਰਾਇਲ ਰਿਜ਼ੋਰਟ ਵਿਖੇ ਵੀ ਕਰੋਨਾ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ, ਜਿਸ ਦੀ ਰਸਮੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਅਤੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਪਿੱਟੇਵਟ ਹੋਣਾ ਵੱਲੋਂ ਕੀਤੀ ਗਈ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਆਗੂ ਵੀ ਮੌਜੂਦ ਰਹੇ। ਇਹ ਜਿਹੜੀ ਭਿਆਨਕ ਬਿਮਾਰੀ ਚੱਲੀ ਹੈ ਕੋਵਿਡ-19 ਦੀ, ਇਹਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਸੇ ਵੀ ਦੇਸ਼ ਵਿੱਚ ਪਤਾ ਕਰ ਲਓ ਤੇ ਲੱਖਾਂ ਦੀ ਗਿਣਤੀ 'ਚ ਅੱਜ ਜਿਹੜੀਆਂ ਮੌਤਾਂ ਹੋ ਚੁੱਕੀਆਂ। ਭਾਰਤ ਇੱਕ ਐਸਾ ਦੇਸ਼ ਹੈ ਜਿਹੜਾ ਬਹੁਤ ਸੰਘਣੀ ਆਬਾਦੀ ਵਾਲਾ ਦੇਸ਼ ਹੈ, ਔਰ ਇੱਥੇ ਜਿਹੜਾ ਹੁਣ ਸੈਕੰਡ ਟਰਮ ਆਈ ਹੈ, ਇਹਦੇ ਵਿੱਚ ਕੋਵਿਡ-19 ਦਾ ਫਿਰ ਜ਼ਿਆਦਾ ਉਸੇ ਤਰ੍ਹਾਂ ਜ਼ੋਰ ਪਿਆ ਜਿਹੜਾ ਪਹਿਲੇ ਟਰਮ ਦੇ ਵਿੱਚ ਸੀ। ਘਰ ਘਰ ਦੇ ਵਿੱਚ ਅੱਜ ਇਸ ਬਿਮਾਰੀ ਨੇ ਬਹੁਤ ਵੱਡੀ ਦਹਿਸ਼ਤ ਫੈਲਾਈ ਹੋਈ ਹੈ। ਮੈਂ ਸਮਝਦੀ ਹਾਂ ਕਿ ਜੇ ਅਸੀਂ ਸਾਰੇ ਰਲ ਕੇ ਲੜਾਈ ਲੜਾਂਗੇ ਫਿਰ ਕਿਤੇ ਜਾ ਕੇ ਸ਼ਾਇਦ ਸਾਡੀ ਕੋਈ ਕਾਮਯਾਬੀ ਹੋ ਸਕੇ, ਕਿਉਂਕਿ ਦੇਸ਼ ਵਾਸੀਆਂ ਨੂੰ ਬਚਾਉਣਾ ਸਾਡਾ ਹਰ ਸਟੇਟ ਦਾ ਆਪਣੇ ਸਟੇਟ ਦੇ ਲੋਕਾਂ ਨੂੰ ਬਚਾਉਣਾ ਮੁੱਢਲਾ ਫਰਜ਼ ਹੈ। ਅਸੀਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਜ਼ਿੰਮੇਵਾਰ ਸੰਸਥਾ ਹੈ ਜਿਹੜੀ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ, ਖਾਸ ਕਰਕੇ ਸਿੱਖਾਂ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਨੁਮਾਇੰਦਗੀ ਕਰਦੀ ਹੈ। ਇਸ ਸੰਸਥਾ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਇਸ ਸੰਸਥਾ ਨੇ ਜਿੱਥੇ ਵੀ ਕੋਈ ਭੀੜ ਬਣੇ, ਕਿਸੇ ਦੀ ਤਕਲੀਫ ਹੋਵੇ, ਕਿਸੇ ਦੀ ਕੋਈ ਲੋੜ ਹੋਵੇ, ਅੱਗੇ ਜਾ ਕੇ ਆਪਣੀ ਹਾਜ਼ਰੀ ਲਵਾਈ ਹੈ। ਕੇਵਲ ਹਾਜ਼ਰੀ ਹੀ ਨਹੀਂ ਲਵਾਈ, ਉਸ ਮੁਸੀਬਤ ਦਾ ਪੂਰਾ ਟਾਕਰਾ ਕੀਤਾ ਹੈ। ਭਾਵੇਂ ਕਿਤੇ ਕਿਸਾਨਾਂ ਦੀ ਗੱਲ ਆ ਗਈ ਹੈ, ਮਨੁੱਖਤਾ ਦੇ ਦਰਦ ਦੀ ਗੱਲ ਆ ਗਈ ਹੈ, ਹੜ੍ਹਾਂ ਸੋਕਿਆਂ ਦੀ ਗੱਲ ਆ ਗਈ ਹੈ, ਭਾਵੇਂ ਜਾਂ ਕਿਤੇ ਕੋਈ ਵੀ ਭੀੜ ਬਣੀ ਹੈ, ਬਾਕੀ ਸਟੇਟਾਂ 'ਚ ਵੀ ਜਾ ਕੇ ਉੱਥੇ ਜਾ ਕੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਹੈ। ਅੱਜ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਪੰਜਾਬ ਦੀ ਸਰਕਾਰ ਕੋਲੋਂ ਇਸ ਵੇਲੇ ਉਹ ਸੋਰਸਜ਼ ਨਹੀਂ ਪੈਦਾ ਕੀਤੇ ਜਾ ਸਕੇ ਜਿਨ੍ਹਾਂ ਸੋਰਸਜ਼ ਦੇ ਨਾਲ ਇਹ ਭਿਆਨਕ ਬਿਮਾਰੀ ਦਾ ਟਾਕਰਾ ਜਿਹੜਾ ਦਿਲ ਖੋਲ੍ਹ ਕੇ ਕਰ ਸਕਣ। ਬੜਾ ਅੱਜ ਗੰਭੀਰ ਮਸਲਾ ਬਣਿਆ ਹੋਇਆ, ਬੜੀ ਤਕਲੀਫ ਹੋਈ ਹੈ। ਜਿੱਥੇ ਸਾਡੇ ਪ੍ਰਧਾਨ ਸਾਹਿਬ ਜਦੋਂ ਮੀਟਿੰਗ ਕੀਤੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਬੜੀ ਚਿੰਤਾ ਜ਼ਾਹਰ ਕੀਤੀ ਕਿ ਇਹਦਾ ਹੱਲ ਕੀ ਕੀਤਾ ਜਾਵੇ। ਉਸ ਵੇਲੇ ਫਿਰ ਅਸੀਂ ਇਹ ਸਾਰਿਆਂ ਨੇ ਬੈਠ ਕੇ ਸਲਾਹ ਬਣਾਈ। ਐਗਜ਼ੈਕਟਿਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਾਡੇ ਸੀਨੀਅਰ ਮੀਤ ਪ੍ਰਧਾਨ ਸਾਹਿਬ ਬੈਠੇ ਨੇ, ਸਾਡੇ ਡੀਨਸ ਯੂਨੀਵਰਸਿਟੀ ਦੇ ਬੈਠੇ ਨੇ, ਡਾਕਟਰ AP ਸਿੰਘ ਜੀ, ਡਾਕਟਰ ਸ਼ਕੀਨ ਸਿੰਘ ਜੀ, ਸਾਰੇ ਵਾਈਸ ਚਾਂਸਲਰ, ਰਜਿਸਟਰਾਰ, ਜਿੰਨੇ ਵੀ ਸਾਡੇ ਪ੍ਰਿੰਸੀਪਲ ਸਨ, ਅਸੀਂ ਸਾਰਿਆਂ ਦੀਆਂ ਮੀਟਿੰਗਾਂ ਕੀਤੀਆਂ ਔਰ ਇਹ ਸਲਾਹ ਬਣਾਈ ਕਿ ਇਹ ਆਕਸੀਜਨ ਜਿਹੜੀ ਅੱਜ ਘਾਟ ਕਰਕੇ ਲੋਕ ਮਰ ਰਹੇ ਹੈ, ਇਹ ਆਕਸੀਜਨ ਕਿੱਦਾਂ ਪੂਰੀ ਕੀਤੀ ਜਾ ਸਕਦੀ ਹੈ। ਜਿੱਥੇ ਸਾਡੇ ਬੱਲਾ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ OPD ਚੱਲਦੀ ਹੈ, ਪੇਸ਼ੈਂਟਸ 1000 ਬੈੱਡ ਦਾ ਉੱਥੇ ਹਸਪਤਾਲ ਹੈ। ਇੱਦਾਂ ਹੀ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰੇ ਦੇ ਕੋਲ ਸਾਡਾ ਬਹੁਤ ਵੱਡਾ ਹਸਪੀਟਲ ਹੈ। ਅਸੀਂ ਫਿਰ ਉਸੇ ਦਿਨ ਫੈਸਲਾ ਕੀਤਾ ਕਿ ਜਿਹੜਾ ਸਾਡਾ ਸ਼ਹਿਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਗੁਰਦੁਆਰਾ ਹੈ, ਉਹਨੂੰ ਅਸੀਂ ਪੂਰੇ ਦੇ ਪੂਰੇ ਨੂੰ ਕਰੋਨਾ ਨੂੰ ਅਸੀਂ ਡੈਡੀਕੇਟ ਕਰ ਦਿੱਤਾ। ਸਾਰੇ ਸਟਾਫ ਨੇ ਉਸ ਦਿਨ ਤੋਂ ਲੈ ਕੇ ਇੱਕ ਰਾਤ ਇੱਕ ਦਿਨ ਮਿਹਨਤ ਕੀਤੀ ਹੈ ਕਿ ਜਿਹੜੇ ਸਾਡੇ ਉੱਥੇ ਪੇਸ਼ੈਂਟ ਆ ਰਹੇ ਹੈ, ਮੇਰਾ ਖਿਆਲ ਹੈ ਕਿ ਜੇ ਇਹ ਕਹਿ ਲਈਏ ਕਿ ਉਹਨਾਂ ਦੀ ਕਿੰਨੀ ਕੇਅਰ ਕੀਤੀ ਜਾਂਦੀ ਹੈ। ਆਪ ਸਾਡੇ ਡਾਕਟਰ ਬੈਠੇ ਨੇ, ਸੀਨੀਅਰ ਡਾਕਟਰ AP ਸਿੰਘ ਜੀ ਡੀਨ ਸਾਹਿਬ ਵੀ ਆਪ ਜਾ ਕੇ ਮਰੀਜ਼ਾਂ ਦੇ ਵਿੱਚ ਉਹਨਾਂ ਨੂੰ ਚੈੱਕ ਕਰਨਾ। ਸਾਡੇ ਸਾਰੇ ਜਿਹੜੇ ਪੈਰਾਮੈਡੀਕਲ ਵਾਲੇ ਜਾਂ ਸਾਡੇ ਡਾਕਟਰਸ ਹੈ, ਦਿਨ ਰਾਤ ਵਿੱਚ ਰਹਿ ਕੇ ਮੁਲਾਜ਼ਮਾਂ ਦੀ ਤਕਲੀਫ ਪੁੱਛਦੇ ਹੈ, ਉਹਦੀ ਹਾਲਤ ਦੱਸਦੇ ਹੈ, ਉਹਨੂੰ ਕੀ ਖਾਣ ਨੂੰ ਚਾਹੀਦਾ, ਉਹ ਸਾਰੀ ਚੀਜ਼ ਦਾ ਪ੍ਰਬੰਧ ਕਰਦੇ ਹੈ। ਡਾਈਟ ਦਾ ਧਿਆਨ ਦੇਣਾ, ਮੈਡੀਸਨ ਦਾ ਧਿਆਨ ਦੇਣਾ। ਔਰ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੈ, ਬਾਬਾ ਦੀਪ ਸਿੰਘ ਸ਼ਹੀਦ ਦੀ ਇੰਨੀ ਕਿਰਪਾ ਹੈ ਕਿ ਉਸ ਹਸਪੀਟਲ ਨੂੰ ਅਜੇ ਅਸੀਂ ਇਹ ਕਹਿ ਸਕਦੇ 0 ਡੈਥ ਰੇਟ, ਅਜੇ ਤੱਕ ਉੱਥੇ 0 ਡੈਥ ਰੇਟ ਹੈ ਕਿ ਸਾਨੂੰ ਕੋਈ ਇੰਨੀ ਪੀੜਾ ਨਹੀਂ ਆਈ ਕਿ ਜਦੋਂ ਕੋਈ ਕਿਸੇ ਦੀ ਜਾਨ ਖਤਮ ਹੋ ਜਾਵੇ ਤਾਂ ਉੱਥੋਂ ਲੈ ਕੇ ਜਦੋਂ ਲਾਸ਼ ਜਾਂਦੇ ਹੈ, ਉਸ ਵੇਲੇ ਡਾਕਟਰਸ ਦੀ ਵੀ ਬੜੀ ਪਰੇਸ਼ਾਨੀ ਹੁੰਦੀ ਹੈ ਅਤੇ ਹਸਪੀਟਲ ਵਾਲਿਆਂ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਹੈ। ਖਾਸ ਕਰਕੇ ਸਾਨੂੰ ਸੰਸਥਾ ਵਾਲਿਆਂ ਨੂੰ ਬੜਾ ਮਹਿਸੂਸ ਹੁੰਦਾ ਹੈ
ਇਸੇ ਕਰਕੇ ਅਸੀਂ ਪੂਰਾ ਧਿਆਨ ਤਨਦੇਹੀ ਨਾਲ ਦੇ ਰਹੇ ਹਾਂ। ਆਉਣ ਵਾਲੇ ਸਮੇਂ 'ਚ ਜਿੱਥੇ ਅਸੀਂ ਆਪਣੇ ਹਸਪੀਟਲਸ ਨੂੰ ਪੂਰਾ ਸਟਰੈਂਥਨਿੰਗ ਕਰ ਰਹੇ ਹਾਂ, ਅਸੀਂ 2 ਵੱਡੇ ਜਨਰੇਟਰ ਜਿਹੜੇ ਕਿ ਕਰੋੜਾਂ ਵਿੱਚ ਨੇ, ਸਾਡੀ ਲੋੜ ਹੈ, ਗੱਲ ਕਰੋੜਾਂ ਦੀ ਨਹੀਂ ਹੈ, ਗੱਲ ਹੈ ਖਰਚ ਕਰਕੇ ਅਸੀਂ ਲੈ ਰਹੇ ਹਾਂ ਕਿ ਸਾਡੇ ਕਿਸੇ ਤਰ੍ਹਾਂ ਹਸਪੀਟਲਸ ਦੇ ਵਿੱਚ ਮਨੁੱਖਤਾ ਦੀ ਸੇਵਾ ਅਸੀਂ ਪਰਫੈਕਟਲੀ ਕਰ ਸਕੀਏ, ਪੂਰਨ ਤੌਰ 'ਤੇ ਕਰ ਸਕੀਏ। ਉਹ ਅਸੀਂ ਜਿੱਥੇ 2 ਜਨਰੇਟਰ ਇਮੀਡੀਏਟ ਆਕਸੀਜਨ ਜਨਰੇਟਰ ਜਿਹੜੇ ਹੈ, ਜਿਹਨਾਂ ਨੇ ਆਕਸੀਜਨ ਪੈਦਾ ਕਰਨੀ ਹੈ, ਸਿਲੰਡਰ ਉਹਨਾਂ ਨੇ ਵੱਧ ਤੋਂ ਵੱਧ ਆਕਸੀਜਨ ਜਿਹੜੀ ਪ੍ਰੋਵਾਈਡ ਕਰਨੀ ਹੈ, ਉਹ ਖਰੀਦ ਰਹੇ ਹਾਂ। ਉੱਥੇ ਨਾਲ ਸਾਡਾ ਪਲਾਂਟ ਜਿਹੜਾ ਲੱਗਣਾ ਹੈ ਆਕਸੀਜਨ ਦਾ, ਉਹਦੇ ਵਾਸਤੇ ਭਾਰਤ ਸਰਕਾਰ ਦੀਆਂ ਸਾਰੀਆਂ ਮਨਜ਼ੂਰੀਆਂ ਹੋ ਚੁੱਕੀਆਂ। ਸਾਡਾ ਸਾਰਾ ਪਲੈਟਫਾਰਮ ਤਿਆਰ ਹੋ ਚੁੱਕਾ ਹੈ। ਜਿਹੜੀ ਆਈਨੌਕਸ ਜਿਹੜੀ ਕੰਪਨੀ ਹੈ, ਲਿਕੁਇਡ ਆਕਸੀਜਨ ਜਿਨ੍ਹਾਂ ਨੇ ਪਲਾਂਟ ਲਿਆ ਕੇ ਰੱਖਣਾ ਉੱਥੇ, ਜਿਨ੍ਹਾਂ ਨੇ ਲਿਆ ਕੇ ਟੈਂਕਰ ਰੱਖਣਾ ਉੱਥੇ, ਉਹ ਟੈਂਕਰ ਲਿਆਉਣ ਵਿੱਚ ਸਾਡਾ MOU ਹੋ ਚੁੱਕਾ ਹੈ। ਕਦੋਂ ਆਵੇ? ਛੇਤੀ ਆਉਣਾ ਸੀ, 1 ਹਫ਼ਤੇ ਦੇ ਵਿੱਚ, ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਉੱਥੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਕਹੇਗੀ ਟੈਂਕਰ ਕੇਵਲ ਉੱਥੇ ਜਾ ਸਕਦਾ। ਸਾਨੂੰ ਬੜਾ ਦੁੱਖ ਹੈ ਕਿ ਅੱਜ ਇੰਨਾ ਚਿਰ ਦੇ ਅਸੀਂ ਬਹੁਤ ਰਿਕੁਐਸਟ ਵੀ ਪਾ ਰਹੇ ਹਾਂ, ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਨੇ, ਔਰ ਹਸਪੀਟਲਸ ਵਾਲੇ ਸਟਾਫ ਵੱਲੋਂ ਵੀ, ਸਾਡੇ ਸਾਰੇ ਮੈਨੇਜਮੈਂਟ ਵੱਲੋਂ ਵੀ ਬਹੁਤ ਤਰਲੇ ਵੀ ਪਾਏ ਜਾ ਰਹੇ ਆ ਕਿ ਉਹ ਟੈਂਕਰ ਜਿਹੜਾ ਜਲਦੀ ਲਿਆਂਦਾ ਜਾਵੇ। ਜਿਸ ਦਿਨ ਸਾਡਾ ਟੈਂਕਰ ਉੱਥੇ ਲੱਗ ਗਿਆ, ਜਿਸ ਦਿਨ ਸਾਡੇ ਆਕਸੀਜਨ ਦੇ ਜਿਹੜੇ ਜਨਰੇਟਰ ਹੈ ਉਹ ਕੰਮ ਕਰਨ ਲੱਗ ਪਏ, ਸਿਰਫ 2 ਹਫ਼ਤੇ ਦਾ ਬਾਕੀ ਟਾਈਮ ਹੈ। ਅਸੀਂ ਘੱਟੋ ਘੱਟ ਉੱਥੇ 70-80 ਤੋਂ ਵੱਧ ਬੈੱਡ ਜਿਹੜੇ ਹੈ ਸਾਡੇ 3 ਲੈਵਲ ਦੇ ਹੋਣਗੇ, ਜਿੱਥੇ ਅਸੀਂ ਆਲਰੇਡੀ ਸਾਡੇ 26 ਤੁਸੀਂ ਕਹਿ ਸਕਦੇ ਹੋ ਇਸ ਵੇਲੇ ਸਾਡੇ ਵੈਂਟੀਲੇਟਰ ਚੱਲ ਰਹੇ ਆ। ਉਸ ਵੇਲੇ ਅਸੀਂ ਹੋ ਸਕਦਾ ਕਿ 100 ਬੈੱਡ ਤੱਕ ਵੀ ਅਸੀਂ ਉੱਥੇ ਇਹ ਜਿਹੜੀ ਹੈ ਲੋਕਾਂ ਨੂੰ ਮੁਸ਼ਕਲ ਜਿਹੜੀ ਹੈ ਉਹ ਸੁੱਖ ਦੇ ਸਕੀਏ। ਸੋ ਮੈਨੂੰ ਆਸ ਹੀ ਨਹੀਂ, ਵਿਸ਼ਵਾਸ ਹੈ ਕਿ ਮੇਰਾ ਮਿਹਨਤੀ ਸਟਾਫ ਜਿਹੜਾ ਹੈ, ਜੋ ਡਾਕਟਰਸ ਨੇ, ਜੋ ਸਾਡੇ ਉੱਥੇ ਇੰਚਾਰਜ ਨੇ ਹਸਪੀਟਲਸ ਦੇ, ਉਹ ਇੰਨੀ ਡੈਡੀਕੇਸ਼ਨ ਨਾਲ ਲੱਗੇ ਹੋਏ ਆ ਕਿ ਦਿਨ ਰਾਤ ਉਹਨਾਂ ਦੀ ਚਿੰਤਾ ਬਣੀ ਹੈ ਕਿ ਉਹ ਉਸ ਨੂੰ ਕਿਸੇ ਢੰਗ ਨਾਲ ਕੋਈ ਮਰੀਜ਼ ਉੱਥੋਂ ਵਾਪਸ ਨਾ ਜਾ ਸਕੇ। ਔਰ ਮੇਰੇ ਮਨ 'ਚ ਵੀ ਹੈ ਕਿ ਮੰਨ ਲਓ ਸਾਡਾ ਕਪੂਰਥਲਾ, ਇੱਥੇ ਅਸੀਂ ਸੈਂਟਰ ਖੋਲ੍ਹ ਦਿੱਤਾ ਹੈ, ਇੱਥੇ ਮਰੀਜ਼ ਆਉਣਗੇ 3 ਲੈਵਲ ਦੇ ਵੀ, 1st 2nd ਲੈਵਲ ਤੱਕ ਅਸੀਂ ਇਲਾਜ ਕਰਦੇ ਹਾਂ। ਜਦੋਂ 85 ਤੋਂ ਆਕਸੀਜਨ ਥੱਲੇ ਆ ਜਾਏ, ਉਦੋਂ ਫਿਰ 3rd ਲੈਵਲ ਵਿੱਚ ਸੀਰੀਅਸ ਕੰਡੀਸ਼ਨ ਚਲਾ ਜਾਂਦਾ ਮਰੀਜ਼, ਉਹ ਅਸੀਂ ਇੱਥੇ ਜਮ੍ਹਾਂ ਨਹੀਂ ਕਰ ਸਕਾਂਗੇ, ਨਹੀਂ ਦਾਖਲ ਕਰ ਸਕਾਂਗੇ। ਸਾਨੂੰ ਉਹ ਵੱਡੇ ਹਸਪੀਟਲ 'ਚ ਜਿੱਥੇ ICU ਹੈ ਉੱਥੇ ਭੇਜਣਾ ਹੀ ਪਏਗਾ, ਜਿੱਥੇ 3rd ਲੈਵਲ ਦੀ ਗੱਲ ਹੋਵੇਗੀ, ਜਿੱਥੇ ਉੱਥੇ ਜਾ ਕੇ ਸੀਰੀਅਸ ਕੰਡੀਸ਼ਨ ਨੂੰ ਉੱਥੇ ਦਾਖਲ ਕਰਨਾ ਹੋਵੇਗਾ, ਉਹ ਸਾਨੂੰ ਭੇਜਣਾ ਪਵੇਗਾ। ਮੈਂ ਪਰਸੋਂ CMO ਸਾਹਿਬ ਨਾਲ ਵੀ ਗੱਲ ਕਰ ਰਹੀ ਸੀ, ਚੀਫ ਸੈਕਟਰੀ ਸਾਹਿਬ ਨਾਲ ਵੀ ਗੱਲ ਕਰ ਰਹੀ ਸੀ ਕਿ ਜ਼ਿਲ੍ਹਾ ਕਪੂਰਥਲਾ ਇੱਕ ਐਸਾ ਪਛੜਿਆ ਜ਼ਿਲ੍ਹਾ ਹੈ ਹੈਲਥ ਪੱਖ ਤੋਂ ਕਿ ਸਿਰਫ ਜੇ ਉੱਥੇ 4 ਵੈਂਟੀਲੇਟਰ ਲੱਗੇ ਹੋਏ ਆ ਜ਼ਿਲ੍ਹਾ ਕਪੂਰਥਲਾ ਦੇ CMO ਹਸਪਤਾਲ ਦੇ ਵਿੱਚ, ਵੱਡੇ ਹਸਪਤਾਲ ਦੇ ਵਿੱਚ, ਸਿਵਲ ਹਸਪਤਾਲ ਵਿੱਚ, ਤੇ ਡਾਕਟਰ ਸਾਹਿਬ ਤੁਸੀਂ ਹੈਰਾਨ ਹੋਵੋਗੇ ਕੇਵਲ 1 ਵੈਂਟੀਲੇਟਰ ਕੰਮ ਕਰ ਰਿਹਾ, ਕੇਵਲ 1। ਹੁਣ ਜਿਹੜਾ ਜ਼ਿਲ੍ਹਾ ਐਡਾ ਵੱਡਾ ਲੋਕਾਂ ਦੀ ਸੇਵਾ ਵਿੱਚ ਹੋਵੇ, ਉਸ ਜ਼ਿਲ੍ਹੇ ਦੇ ਵਿੱਚ 1 ਵੈਂਟੀਲੇਟਰ ਹੋਵੇ, ਬਿਮਾਰ ਕਿੰਨੇ ਹੋਣਗੇ, ਕਿੰਨੇ ਦਾਖਲ ਹੋ ਸਕਦੇ ਹੈ, ਇਹੀ ਚਿੰਤਾ ਸਾਨੂੰ ਦਿਨ ਰਾਤ ਖਾਈ ਜਾ ਰਹੀ ਹੈ। ਔਰ ਮੈਂ ਸੋਚਦੀ ਹਾਂ ਜਿੰਨੀ ਜਲਦੀ ਸਾਡੇ ਉਹ ਫੰਕਸ਼ਨਿੰਗ ਹੋਵੇ, ਕਿਤੇ ਕੋਈ ਇੱਥੇ ਮੁਸ਼ਕਿਲ ਆਵੇ, ਕਮ ਸੇ ਕਮ ਅਸੀਂ ਆਪਣੀ ਪਾ ਕੇ ਐਂਬੂਲੈਂਸ ਦੇ ਵਿੱਚ ਉਹਨੂੰ ਇਮੀਡੀਏਟ ਉੱਥੇ ਪਹੁੰਚਾ ਦਈਏ, ਇਹੀ ਮੇਰੇ ਮਨ 'ਤੇ ਚਿੰਤਾ ਹੈ। ਜਲੰਧਰ ਵਿੱਚ ਵੀ ਪਤਾ ਕੀਤਾ, ਉੱਥੇ 2 ਨਾ ਹੋਣਗੇ, 3 ਹੋਣਗੇ, 3 ਨਾ ਹੋਣਗੇ, 4 ਹੋਣਗੇ। ਸਾਰੇ ਦੁਆਬੇ ਨੂੰ ਮੈਂ ਜੇ ਦੇਖ ਲਵਾਂ, ਸਾਰੇ ਦੁਆਬੇ ਵਿੱਚ ਵੱਧ ਤੋਂ ਵੱਧ ਵੀ ਜੇ ਪ੍ਰਾਈਵੇਟ ਹਸਪਤਾਲਾਂ ਨੂੰ ਛੱਡ ਕੇ, ਹੋ ਸਕਦਾ ਉਹਨਾਂ ਕੋਲ 2-4 ਹੋ ਸਕਦੇ ਹੈ, ਪਰ ਪ੍ਰਾਈਵੇਟ ਹਸਪੀਟਲਸ ਦਾ ਤੁਹਾਨੂੰ ਵੀ ਪਤਾ ਕਿ ਲੋਕਾਂ ਨੂੰ ਕਿੰਨਾ ਮੁਸ਼ਕਲ ਲੱਗਦਾ। ਸਰਕਾਰੀ ਹਸਪਤਾਲਾਂ ਦੀ ਪੋਜੀਸ਼ਨ ਨੂੰ ਦੇਖਦਿਆਂ ਹੋਇਆਂ ਅਸੀਂ ਬਹੁਤ ਦਿਨ ਰਾਤ ਮਿਹਨਤ ਕਰ ਰਹੇ ਹਾਂ ਵੀ ਕਿਸੇ ਢੰਗ ਨਾਲ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਉਸ ਮੈਡੀਕਲ ਹਸਪੀਟਲ ਨੂੰ, ਉਸ ਯੂਨੀਵਰਸਿਟੀ ਨੂੰ ਅਸੀਂ ਇੰਨਾ ਕੁ ਸਟਰੈਂਥਨਿੰਗ ਕਰ ਦਈਏ ਕਿ ਜੇ 100 ਬੈੱਡ ਸਾਡਾ ਤਿਆਰ ਹੋ ਜਾਵੇ ਕੋਈ ਇਹ 2 ਹਫ਼ਤਿਆਂ ਦੇ ਵਿੱਚ, 3 ਹਫ਼ਤਿਆਂ ਦੇ ਵਿੱਚ, ਫਿਰ ਸ਼ਾਇਦ ਅਸੀਂ ਲੋਕਾਂ ਦੀ ਸਹੀ ਢੰਗ ਨਾਲ ਵੱਧ ਤੋਂ ਵੱਧ ਸੇਵਾ ਕਰ ਸਕਾਂਗੇ। ਪਰ ਅੱਜ ਕਿਉਂਕਿ ਸਾਡਾ 3ਰਾ ਸੈਂਟਰ ਖੁੱਲ੍ਹਣ ਜਾ ਰਿਹਾ, ਇਹ ਕੇਵਲ ਇੱਕ ਫਸਟ ਏਡ ਦੀ ਤਰ੍ਹਾਂ, ਘਰ ਵਿੱਚ ਬੰਦਾ ਬਿਮਾਰ ਹੁੰਦਾ ਹੈ, ਉਹ ਝਿਜਕਦਾ ਹੈ ਕਿ ਮੈਂ ਹੁਣ ਬਾਹਰ ਕਿੱਦਾਂ ਜਾਵਾਂ, ਹਸਪਤਾਲ 'ਚ ਜਾਏਗਾ, ਉਹਨੂੰ ਖਰਚੇ ਦਾ ਵੀ ਡਰ ਹੈ, ਉਹਨੂੰ ਚਿੰਤਾ ਵੀ ਹੈ, ਮੈਂ ਕਿੱਦਾਂ ਉੱਥੇ ਰਵਾਂਗਾ, ਸਾਰਾ ਟ੍ਰੀਟਮੈਂਟ ਮੇਰੇ ਨਾਲ ਕਿੱਦਾਂ ਹੋਏਗਾ, ਕਿਉਂਕਿ ਦਹਿਸ਼ਤ ਇੰਨੀ ਬਣ ਗਈ ਹੈ ਕਿ ਸਰਕਾਰਾਂ ਵੱਲੋਂ ਵੀ,
जो प्रचार किया जाता है वो यही है कि जिहड़ा हस्पताल च जावे वो छेती वापस नहीं आता। लोगों च डर बह गया। वो डर कढ़न की खातर असी ये सोचिया कि असी इन्हां सेंटर कोविड केयर सेंटर बनाइए जिन्हां दे विच असी एक कंसनट्रेटर रख के जिहड़ा कि इत्थों मिल ही नहीं रहे, पूरे इंडिया चो असी जोर ला लिया, हर स्टेटां दे विचों जिन्नी मेहनत साडे मैडिकल अफसर कर रहे हैं, साडे जिम्मेवार सज्जन कर रहे हैं। मेरा ख्याल है कि अज जिहड़े इत्थे लगे हैं ये 10 असी अजे मुहैया करा सके हैं। ये दुबई तो आए है, दुबई तो असी मंगाए है, फिर उस दिन लाए सी वो रशिया तो आते थे, कुछ असी घरां चों इकट्ठे किए है। सो इन्नी मेहनत कर रहे हैं भी किसी ढंग नाल असी लोगों की सेवा तो पिछे ना हट सकीए। ज्यों ज्यों साडे आई जाणगे, हुण अमेरिका तो असी किया होया शायद छेती आ जाण, यूके च किया होया शायद छेती आ जाण, पेमेंट भी हो चुकी उन्होंने, पर क्योंकि लियाउण की दिक्कत आ रही है। एक होर सी जिन्हां ने मिलटरी का लैके आउणा सीगा, शिप आउणा सी उन्हां दा कार्गो राही, वो भी अजे तक नहीं पहुँचिया, क्योंकि जदों उन्हां दे आउणा उत्थे डॉक्टर साहब दस रहे सन कि असी 100 का उन्होंने ऑर्डर दिता होया। ज्यों ज्यों आउणगे असी इन्हां नूं स्ट्रैंथनिंग भी करांगे। और इस गल का यह फायदा हो रहा है, तुसीं हैरान होवोगे कि जिहड़ा दमदमा साहब च लाया उन्होंने अजे चौथा दिन है, असी चौथे दिन बाद फिर ये लगे लाउण तीसरा। ਉਹਦੇ ਵਿੱਚ ਤੁਸੀਂ हैरान होवोगे कि 18 असी 22 मशीनां लाइया सी, 22 दियां 22 फुल चल रही हैं। ਜਿਹੜੇ ਉੱਥੋਂ आ के मुड़ के जा रहे हैं बैड ना होने करके, मशीनां ना होने करके, कंसनट्रेटर वो भी घट्टो घट्ट 35 मुड़ के गए हैं। ਜਿਹੜੇ सीरीयस पेशेंट सी वो घट्टो घट्ट 40 उन्होंने मोड़े है कि तुसी वड्डे हस्पताल च लैके जाओ, इत्थे दा इलाज नहीं। मैं आलमगीर पता किया, उत्थे भी यही प्रॉब्लम है, सीरीयस पेशेंट आई जाते हैं पर असी उन्होंने रख नहीं सकते। असी माफ़ी मंगते हैं कि इन्होंने सेंटरों में वो रखे नहीं जा सकते, उन्होंने ICU की लोड़ है, ICU नहीं चलाए जा सकते हर थां दे उत्ते, ये वेंटीलेटर नहीं रखे जा सकते हर थां दे उत्ते ICU तो बिना। सो मैं समझदी है कि साडा इन्ना कु है कि वो घरों जदों आते हैं ठीक होकर चले जाते हैं। मैं संतुष्टि महसूस करती हैं कि जे 100 मरीज़ अज तक आलमगीर च आया, वो चो जे 20-25 सीरीयस आए मोड़े है, 80 विचों जे सारे ठीक हो के जान, मैं समझदी है कि श्रोमणी गुरुद्वारा प्रबंधक कमेटी एक मुख सेवादार होने के नाते असी सारे ये माण महसूस करते हैं कि गुरु पातशाह ने जे साडी सेवा लाई है तो साडा ये स्टाफ पिछे खड़े है, पैरामैडिकल वाले तो डॉक्टर्स भी, दूजे भी सारे काम करने वाले नर्सिस साड़ियाँ। हुण ये दसो कि सब तो वड्डी मैं इन्हां दी कुर्बानी समझदी, जिहड़े लोग मरीज़ तो डर जाते हैं, घर दे लागे नहीं आउंदे, भैन भरा लागे नहीं कोई जाता है, मौत हो जाए संस्कार तक नहीं कोई जाता है, किसी के घर कोई अफसोस हो नहीं जाता है। पर शाबाश इन्हां बच्चों के जिन्हां ने अपनी जान को खतरे च पा के लगातार, ये नहीं एक दिन महीनों बदी पता नहीं समा लग जे, 15 दिन लगन, महीना लगे, 2 महीने लगे, तो इन्हां ने सारिਆਂ ने अपनी जान जोखिम च पाई है। ये मैं उन्होंने माँ प्यो का भी धन्यवाद करती हैं, अपने सारे सीनियर्स डॉक्टर्स का भी धन्यवाद करती हैं, अपने स्टाफ मैंबर्स का धन्यवाद करती हैं, जिहड़ी अपनी संस्था की इस रिक्वेस्ट को मन के अपना फर्ज पहचान कर रहे हैं कि वो जाके उन्होंने मरीजों को जिन्होंने घर दे भी संभाल नहीं सकते, जिन्होंने हाथ लाउण तो डरते हैं, उन्होंने जाके संभालना भी है। और श्रोमणी गुरुद्वारा प्रबंधक कमेटी इस वेले जो तीजा खोल रही है, मैनू इस गल की बड़ी राहत महसूस हो रही है कि इन्ने पॉजिटिव रिजल्ट आ रहे हैं कि हर डिस्ट्रिक्ट विचों की हर हल्के वाले, हुणे मैनू पवन कुमार टीनू जी का फोन आ गया कि जलंधर में जरूर प्रबंध कर दो, मैनू संगरूर तो फोन आए कि साढ़े संगरूर से जरूर लाओ, मुक्तसर साहब तो, गिद्दड़वाहा साहब तो, पटियाले तो, पठानकोट तो, इत्थों तक जम्मू कश्मीर तो सानू एक उन्होंने ईमेल की, उन्होंने लिख के भेजा कि बीबी जी जिथे सिखां की आबादी है उत्थे साडी बहुत बड़ी मुसीबत बनी हुई है, कृपा करके तुसीं इत्थे आ सकते हो। असी जवाब दिता कि असी आवांगे, लेकिन थोड़ा जिहा सानू पहला पंजाब च मेहनत कर लैन दो, असी तुहानू कंसनट्रेटर असी भेज सकते हैं जदों साडे कोल पहुँच गए, पर तुसीं उत्थे डॉक्टर्स का प्रबंध कर लो, क्योंकि एक हॉस्पिटल एक संस्था इन्ने डॉक्टर्स का इन्ना स्टाफ नहीं ला सकती। हुण इत्थे देख लो, इत्थे असी 25 बैड तैयार किया, लेकिन इत्थे 25 ही डॉक्टर लगणगे, डॉक्टर्स भी नर्सिस भी 25-30 का स्टाफ इत्थे लगातार रहेगा। हुण इन्ना स्टाफ 3 थावां ते लग गया,
ਬਾਕੀ ਥਾਵਾਂ ਤੇ ਲੱਗਣਾ ਹੈ। ਰੋਪੜ ਡਾਕਟਰ ਚੀਮਾ ਸਾਹਿਬ ਕਹਿ ਰਹੇ ਸੀ ਕਿ ਮੈਂ ਸਟਾਫ ਦਾ ਪ੍ਰਬੰਧ ਕਰ ਲੈਣਾ। ਤੁਸੀਂ ਕਹਿਣ ਦੱਸਣ ਦਾ ਮਤਲਬ ਹੈ ਹਰ ਕੋਈ ਸੋਚ ਰਿਹਾ ਹੈ ਕਿ ਇਹ ਇੰਨਾ ਵਧੀਆ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ, ਘਰੋਂ ਬਾਹਰ ਨਿਕਲ ਕੇ ਹਸਪਤਾਲ ਨਹੀਂ ਸੀ ਜਾਂਦੇ। ਜਿਹਨੂੰ ਫਸਟ ਸੈਕੰਡ ਲੈਵਲ ਦਾ ਵੀ ਹੋਵੇ ਨਾ, ਜਦੋਂ ਹਸਪਤਾਲ ਜਾਂਦੇ ਆ ਜੀ ਉਹ ਡਰਦੇ ਆ ਕਿ ਸਾਡਾ ਖਰਚਾ ਬੜਾ ਹੋਣਾ। ਇੱਥੋਂ ਫਿਰ ਉਹ ਥਰਡ ਪੋਜੀਸ਼ਨ ਸਿਚੁਏਸ਼ਨ 'ਚ ਆ ਜਾਂਦਾ। ਜਦੋਂ ਉਹਦੀ ਕੰਡੀਸ਼ਨ ਇੰਨੀ ਖਰਾਬ ਹੋ ਜਾਂਦੀ ਹੈ ਫਿਰ ਤਾਂ ਸਮਝ ਲਓ ਕਿ ਬੰਦਾ ਆਪਣੇ ਆਪ ਨੂੰ ਸਮਝਦਾ ਹੁਣ ਮੈਂ ਖਤਮ ਹੀ ਹੈ, ਪਰਮਾਤਮਾ ਦੇ ਭਰੋਸੇ ਸਮਝਦਾ। ਸੋ ਮੈਂ ਇਹ ਸਕੂਨ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਸੰਸਥਾ ਨੇ ਸਾਰੇ ਹੋਰ ਕੰਮ ਜਿੱਥੇ ਚੱਲ ਰਹੇ ਹੈ, ਪ੍ਰਚਾਰ ਚੱਲ ਰਿਹਾ ਹੈ, ਕਾਰੋਬਾਰ ਚੱਲ ਰਿਹਾ ਹੈ, ਉੱਥੇ ਅਸੀਂ ਸਭ ਤੋਂ ਪਹਿਲ ਜਿਹੜੀ ਇਸ ਵੇਲੇ ਉਹ ਕਰੋਨਾ ਦੇ ਮਰੀਜ਼ਾਂ ਲਈ ਦੇ ਰਹੇ ਹਾਂ। ਵਾਹਿਗੁਰੂ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰੇ ਕਿ ਗੁਰੂ ਰਾਮਦਾਸ ਕਿਰਪਾ ਕਰੇ, ਕਿਉਂਕਿ ਇਹ ਸਭ ਕੁਝ ਜਿਹੜਾ ਕਰਨਾ ਗੁਰੂ ਨਾਲ ਹੀ ਹੈ। ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਣੀ ਹੈ, ਇਹ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਣੀ ਹੈ। ਸਾਰੇ ਮੈਂ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਕਰਾਂਗੀ ਕਿ ਇੱਥੇ ਉਹੀ ਮਰੀਜ਼ ਆਵੇ ਜਿਹੜਾ ਮਰੀਜ਼ ਅਜੇ ਤੱਕ ਬਹੁਤਾ ਸੀਰੀਅਸ ਕੰਡੀਸ਼ਨ ਨਾਲ, ਜਿਹਦੀ ਅਜੇ ਆਕਸੀਜਨ ਲੈਵਲ 85 ਤੋਂ ਉੱਪਰ ਹੈ। ਜੇ 85 ਤੋਂ ਥੱਲੇ ਵਾਲਾ ਮਰੀਜ਼ ਹੈ ਉਹਨੂੰ ਇੱਥੇ ਅਸੀਂ ਨਹੀਂ ਰੱਖ ਸਕਾਂਗੇ, ਸਾਡੀ ਮੁਸ਼ਕਲ ਬਣ ਜਾਏਗੀ, ਸਾਡੀ ਮਜਬੂਰੀ ਬਣ ਜਾਏਗੀ। ਮੈਂ ਧੰਨਵਾਦ ਕਰਦੀ ਹਾਂ ਆਪਣੇ ਪੈਲਸ ਵਾਲੇ ਬੱਚਿਆਂ ਦਾ, ਆਪਣੇ ਵੀਰਾਂ ਦਾ, ਬਿੱਟੂ ਜੀ, ਉਹਦਾ ਬੇਟਾ ਰਿੱਕੀ ਜੀ, ਸਾਰੇ ਚਾਓ ਚਾਈ ਉਦੋਂ ਦੇ ਇਹ ਲੱਗੇ ਆ ਕਿ ਸਾਨੂੰ ਸੇਵਾ ਦਾ ਮੌਕਾ ਮਿਲਿਆ ਔਰ ਦਿਨ ਰਾਤ ਇੱਕ ਕਰਕੇ ਉਹ ਲੱਗੇ ਹੈ ਕਿ ਸਾਨੂੰ, ਮੈਂ ਇਹਨੂੰ ਆਪ ਹੀ ਡੱਕਦੀ ਕਿ ਤੁਸੀਂ ਅੰਦਰ ਨਹੀਂ ਜਾਣਾ, ਤੁਸੀਂ ਇਸ ਤਰ੍ਹਾਂ ਨਹੀਂ ਕਰਨਾ, ਬਸ ਤੁਹਾਡਾ ਇੰਨਾ ਹੀ ਬੜਾ ਕਿ ਜੋ ਸਹੂਲਤਾਂ ਜਿਹੜੀਆਂ ਤੁਸੀਂ ਦੇਣੀਆਂ ਉਹ ਤੁਹਾਡਾ ਸਹਿਯੋਗ ਦਿਓ। ਸੋ ਅੰਤ ਵਿੱਚ ਮੈਂ ਜਿੱਥੇ ਸਾਰੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗੀ, ਹਲਕਾ ਪਲਾਥ ਜਾਂ ਜ਼ਿਲ੍ਹਾ ਕਪੂਰਥਲਾ ਜਾਂ ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਨੂੰ, ਕਿ ਜਿਹਨੂੰ ਵੀ ਕੋਈ ਮੁਸ਼ਕਿਲ ਹੋਵੇ ਘਰ ਨਹੀਂ ਬੈਠਣਾ, ਜ਼ਰੂਰ ਇੱਥੇ ਆਓ। ਅਸੀਂ ਆਪਣੀਆਂ ਕੰਸੈਂਟਰੇਟਰ ਹੋਰ ਵਧਾ ਦਾਂਗੇ, ਜਦੋਂ ਸਾਡੇ ਕੋਲ ਆਈ ਗਏ ਅਸੀਂ ਇਹਦੀ ਹੋਰ ਸਟਰੈਂਥਨਿੰਗ ਕਰਾਂਗੇ। ਲੇਕਿਨ ਘਰ ਬੈਠ ਕੇ ਤੁਸੀਂ ਜੇ ਇੱਦਾਂ ਹੀ ਆਪਣੀ ਬਿਮਾਰੀ ਵਧਾ ਲਈ, ਆਪਣਾ ਨੁਕਸਾਨ ਕਰ ਲਿਆ, ਇਹ ਨੁਕਸਾਨ ਕੇਵਲ ਤੁਹਾਡਾ ਨਹੀਂ, ਇਹ ਸਾਡਾ ਨੁਕਸਾਨ ਹੈ, ਕਿਉਂਕਿ ਮੇਰੇ ਪਰਿਵਾਰ ਹੈ, ਸਾਡਾ ਸਾਰੀ ਕੌਮ ਦਾ ਬੜਾ ਵੱਡਾ ਨੁਕਸਾਨ ਹੁੰਦਾ ਹੈ। ਹੱਥ ਜੋੜ ਕੇ ਬੇਨਤੀ ਹੈ ਜਿਹੜਾ ਸੀਰੀਅਸ ਮਰੀਜ਼ ਹੋਵੇ ਉਹ ਸਾਨੂੰ ਆ ਕੇ ਦੱਸ ਦੇਣ, ਅਸੀਂ ਉਹਨਾਂ ਨੂੰ ਐਂਬੂਲੈਂਸ 'ਤੇ ਆਪ ਪਹੁੰਚਾ ਦਾਂਗੇ ਜਿੱਥੇ ਕਹਿਣਗੇ। ਜੇ ਜਲੰਧਰ ਕਹਿਣਗੇ ਜਲੰਧਰ ਪਹੁੰਚਾਵਾਂਗੇ, ਜਿੱਥੇ ਉਹਨਾਂ ਨੂੰ ਬੈੱਡ ਮਿਲ ਜੇ ਉੱਥੇ ਪਹੁੰਚਾਵਾਂਗੇ। ਕੋਈ ਕਿਰਾਇਆ ਨਹੀਂ ਹੋਏਗਾ, ਕੋਈ ਖਰਚਾ ਨਹੀਂ ਹੋਏਗਾ, ਇੱਥੇ ਵੀ ਫ੍ਰੀ ਡਾਈਟ, ਕਿਉਂਕਿ ਸਾਡਾ ਫਰਜ਼ ਹੈ, ਅਸੀਂ ਸੇਵਾ ਕਰ ਰਹੇ ਹਾਂ। ਡਾਈਟ ਜਿਹੜੀ ਹੈ ਉਹ ਇੰਨੀ ਕੁ ਹੈਲਦੀ ਹੋਏਗੀ ਕਿ ਮਰੀਜ਼ ਜਿਹੜਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਕਾੜਾ ਨਹੀਂ ਮਿਲਿਆ, ਮੈਨੂੰ ਚਾਹ ਨਹੀਂ ਮਿਲੀ, ਮੈਨੂੰ ਲੰਗਰ ਨਹੀਂ ਚੰਗਾ ਮਿਲਿਆ। ਵਧੀਆ ਪ੍ਰਸ਼ਾਦਾ, ਵਧੀਆ ਫਰੂਟ, ਵਧੀਆ ਉਹਨੂੰ ਜੋ ਸੈਲਡ, ਜੋ ਡਾਕਟਰਸ ਦੇ ਹਿਸਾਬ ਨਾਲ ਉਹਦੀ ਡਾਈਟ ਬਣਦੀ ਹੈ ਉਹਨੂੰ ਦਿੱਤਾ ਜਾਏਗਾ। ਮੈਂ ਧੰਨਵਾਦ ਕਰਦੀ ਹਾਂ ਸਾਰੇ ਸਟਾਫ ਮੈਂਬਰਸ ਦਾ ਵੀ, ਇਲਾਕਾ ਨਿਵਾਸੀ ਸਹਿਯੋਗ ਦੇਣ। ਅਤੇ ਇਹ ਵੀ ਨਾਲ ਬੇਨਤੀ ਕਰਾਂਗੀ, ਜਿਸ ਘਰ 'ਚ ਅਸੀਂ SMO ਕੋਲ ਲਿਸਟਾਂ ਲੈਣ ਲੱਗੇ, ਜਿਸ ਘਰ ਦੇ ਵਿੱਚ ਵੀ ਕੋਈ ਕੁਆਰੰਟਾਈਨ ਕੀਤਾ ਗਿਆ, ਆਈਸੋਲੇਸ਼ਨ ਦੇ ਵਿੱਚ ਹੈ, ਉਹ ਸਾਨੂੰ ਜ਼ਰੂਰ ਟੈਲੀਫੋਨ ਕਰਕੇ ਦੱਸ ਦੇਣ। ਉਹਨਾਂ ਨੂੰ ਅਸੀਂ ਜਿਹੜੀ ਡਾਈਟ ਹੈ, ਫੂਡ ਜਿਹੜਾ ਉਹ ਉਹਨਾਂ ਦੇ ਘਰ ਪਹੁੰਚਾਵਾਂਗੇ, ਤਾਂ ਜੋ ਜੇ ਉਹ ਕੰਮ ਕਰਨ ਤੋਂ ਅਸਮਰਥ ਹੈ ਤੇ ਅਸੀਂ ਉਹਨਾਂ ਨੂੰ ਘਰ ਉਹਨਾਂ ਦੇ ਪੈਕਿੰਗ ਕਰਕੇ ਲੰਗਰ ਅਸੀਂ ਪਹੁੰਚਾਵਾਂਗੇ। ਇਹ ਸਾਰੀ, ਕਿਉਂਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਵੀ ਐਲਾਨ ਕੀਤਾ ਹੋਇਆ ਕਿ ਸਾਰੇ ਜ਼ਿਲ੍ਹਿਆਂ 'ਚ, ਸਾਰੇ ਹਲਕਿਆਂ 'ਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਧਿਆਨ ਰੱਖੋ ਕਿ ਕਿਹੜਾ ਮਰੀਜ਼ ਜਿਹੜਾ ਘਰ 'ਚ ਕੁਆਰੰਟਾਈਨ ਕੀਤਾ ਹੋਇਆ ਤੇ ਉਹਦੇ ਘਰ ਦੇ ਉਹਦੇ ਲਾਗੇ ਨਹੀਂ ਜਾ ਸਕਦੇ ਜਾਂ ਉਹ ਕੰਮ ਨਹੀਂ ਕਰ ਸਕਦੇ, ਉਹਨਾਂ ਦੇ ਘਰ 'ਚ ਲੰਗਰ ਪਹੁੰਚਾਓ, ਪ੍ਰਸ਼ਾਦਾ ਪਹੁੰਚਾਓ, ਤਾਂ ਜੋ ਉਹਨਾਂ ਦੀ ਸੇਵਾ ਹੋ ਸਕੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੋ ਘਰ 'ਚ ਬੈਠਾ ਹੋਇਆ ਉਹ ਨਹੀਂ ਹਸਪਤਾਲ 'ਚ ਗਿਆ, ਆਪਣੇ ਘਰ ਦੇ ਵਿੱਚ ਹੀ ਉਹਨੇ ਕੁਆਰੰਟਾਈਨ ਕੀਤਾ ਹੋਇਆ, ਆਈਸੋਲੇਸ਼ਨ ਵਿੱਚ ਹੈ, ਉਹ ਵੀ ਸਾਨੂੰ ਦੱਸ ਦੇਣ, ਅਸੀਂ ਉਹਨਾਂ ਦੀ ਕੀ ਮਦਦ ਕਰ ਸਕਦੇ ਹਾਂ। ਸੋ ਮੈਂ ਪ੍ਰੈਸ ਵਾਲੇ ਨੂੰ ਬੇਨਤੀ ਕਰਾਂਗੀ, ਕਿਉਂਕਿ ਮੈਨੂੰ ਸਵੇਰੇ ਹੀ ਇੱਕ ਟੈਲੀਫੋਨ ਆਇਆ ਸੀ ਸਾਨੀ ਸਾਹਿਬ ਜੀ ਦਾ ਕਿ ਸਾਡੇ ਦਫ਼ਤਰ ਵਿੱਚ ਥੋੜ੍ਹੀ ਪ੍ਰੋਬਲਮ ਆ ਰਹੀ ਹੈ, ਬਸ ਛੇਤੀ ਜਿਉਂ ਹੀ ਪਹੁੰਚਣਗੇ ਉਹਨਾਂ ਦੇ ਦਫ਼ਤਰ 'ਚ ਵੀ ਮੈਂ ਪਹੁੰਚਾਵਾਂਗੀ। ਉਹ ਕਹਿੰਦੇ ਇੱਕ ਕੰਸੈਂਟਰੇਟਰ ਸਾਨੂੰ ਦੇ ਦਿਓ। ਇਸ ਕਰਕੇ ਤੁਸੀਂ ਇਹ ਦੇਖੋ ਇਹਦਾ ਫਾਇਦਾ ਕੀ ਹੈ। ਇਹਦਾ ਫਾਇਦਾ ਹੈ ਕਿ ਇਹ ਆਕਸੀਜਨ ਅਸੀਂ ਮੁੱਲ ਨਹੀਂ ਲੈਂਦੇ, ਇਹ ਆਪ ਹੀ ਨੈਚੁਰਲ ਹਵਾ ਦੇ ਵਿੱਚੋਂ ਇਹਨੇ ਆਕਸੀਜਨ ਪੈਦਾ ਕਰਕੇ ਮਰੀਜ਼ ਨੂੰ ਦੇਣੀ, ਤਾਂ ਛੇਤੀ ਹੋ ਰਹੇ ਠੀਕ। ਇਹ ਨੈਚੁਰਲੀ ਆਪ, ਅਸੀਂ ਸਿਰਫ ਬਿਜਲੀ ਨਾਲ ਇਹਨੂੰ ਪਲੱਗ ਜੋੜਨਾ, ਇਹਨੇ ਆਪ ਪੈਦਾ ਕਰਕੇ ਉਹ ਆਕਸੀਜਨ ਮਰੀਜ਼ ਨੂੰ ਦੇਣੀ। ਇਹੀ ਮੈਂ ਉਹਨੂੰ ਪੁੱਛਿਆ ਸੀ ਕਿ ਸਬ ਡਿਵੀਜ਼ਨਲ ਹਸਪਤਾਲ ਦੇ ਵਿੱਚ ਆਕਸੀਜਨ ਪਾਈਪਾਂ ਪਾਈਆਂ ਹੋਈਆਂ, ICU ਦੇ ਕਮਰੇ ਬਣੇ ਹੋਏ ਹੈ। ਮੈਂ ਚੀਫ ਸੈਕਟਰੀ ਸਾਹਿਬ ਨੂੰ ਕਿਹਾ ਸੀ ਕਿਸੇ ਢੰਗ ਨਾਲ ਸਾਨੂੰ ਅਲਾਓ ਕਰੋ
ਕਿ ਅਸੀਂ ਆਪਣੇ ਮਰੀਜ਼ ਉੱਥੇ ਆਈਸੀਯੂ ਦੇ ਵਿੱਚ ਤਿਆਰ ਜੇ ਕਰ ਦੋ ਤੇ ਅਸੀਂ ਪਾ ਦਿਆ ਕਰੀਏ। ਉਹ ਕਹਿੰਦੇ ਜੀ ਨਾ ਉੱਥੇ ਵੈਂਟੀਲੇਟਰ ਜੇ ਲੱਗ ਸਕਦਾ, ਨਾ ਆਈਸੀਯੂ, ਨਾ ਉੱਥੇ ਗੈਸ ਛੱਡੀ ਜਾ ਸਕਦੀ ਆਕਸੀਜਨ, ਕਿਉਂਕਿ ਸਾਡੇ ਕੋਲ ਡਾਕਟਰ ਹੀ ਨਹੀਂ ਹੈ। ਜੇ ਇੱਕ ਸਰਕਾਰ ਇੰਨੀ ਅਸਮਰਥਾ ਦੱਸ ਰਹੀ ਹੈ ਕਿ ਸਾਡੇ ਕੋਲ ਡਾਕਟਰ ਹੀ ਨਹੀਂ, ਤੇ ਲੋਕ ਕਿੱਥੇ ਜਾਣਗੇ। ਹੁਣ ਇਸ ਸੰਸਥਾ ਤੇ ਆਪਣੇ ਸੋਰਸਿਸ ਵਿੱਚੋਂ ਜਿੰਨੇ ਕੁ ਅਸੀਂ ਮੁਹੱਈਆ ਕਰਾ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ। ਮੈਂ ਇਹ ਵੀ ਕਿਹਾ ਸੀ ਕਿ ਅਸੀਂ 2-3 ਵੈਂਟੀਲੇਟਰ, ਮੈਂ ਤੇ ਡਾਕਟਰ ਏਪੀ ਸਰ ਪੁੱਛੋ, ਮੈਂ ਫੋਨ ਕੀਤਾ ਕਿ ਡਾਕਟਰ ਸਾਹਿਬ 2-3 ਵੈਂਟੀਲੇਟਰ ਤੁਸੀਂ ਦੇ ਦੋਗੇ, ਅਸੀਂ ਉੱਥੇ ਲਾ ਦਈਏ। ਕਹਿੰਦੇ ਲੈ ਜਾਓ, ਮੈਂ ਭੇਜ ਦਿੰਦਾ। ਅਸੀਂ ਲਾਉਣ ਨੂੰ ਤਿਆਰ ਹੈ, ਲੇਕਿਨ ਸਰਕਾਰ ਕੋਈ ਜਗ੍ਹਾ ਤੇ ਆਈਸੀਯੂ ਤੇ ਤਿਆਰ ਕਰਕੇ ਦੇਵੇ ਜਿੱਥੇ ਮੈਂ ਲਵਾ ਸਕਾਂ, ਮੈਂ ਸੇਵਾ ਕਰ ਸਕਾਂ। ਮੇਰਾ ਮਨ ਕਰਦਾ ਹੈ ਕਿ ਮੇਰਾ ਜ਼ਿਲ੍ਹਾ ਜਿਹੜਾ ਕਿ ਭਾਵੇਂ ਪੰਜਾਬ ਸਾਰਾ ਦੇਸ਼ ਸਾਡਾ ਹੈ, ਪਰ ਫਿਰ ਵੀ ਲੋਕਾਂ ਨੂੰ ਆਸ ਹੁੰਦੀ ਹੈ ਕਿ ਆਪਣੇ ਜ਼ਿਲ੍ਹੇ 'ਚ ਜੇ ਕਮਜ਼ੋਰੀ ਹੈ ਅਸੀਂ ਕਿਸੇ ਢੰਗ ਨਾਲ ਠੀਕ ਕਰ ਸਕੀਏ। ਮੈਂ ਤੁਹਾਡੀ ਧੰਨਵਾਦੀ ਹਾਂ ਵੀਰੋ, ਇਹ ਗੱਲ ਸਰਕਾਰ ਤੱਕ ਜਾਵੇ। ਮੈਂ ਸਭਨਾਂ ਨੂੰ ਇਸ ਗੱਲ ਦੀ ਬੇਨਤੀ ਕਰਾਂਗੀ, ਆਓ ਸਾਰੇ ਰਲ ਕੇ, ਸਾਰੇ ਪੰਜਾਬ ਵਾਸੀ ਆਪਣੇ ਪੰਜਾਬ ਦੇ ਲੋਕਾਂ ਦੀ ਇਸ ਤਕਲੀਫ ਨਾਲ ਲੜੀਏ, ਇਸ ਪਰੇਸ਼ਾਨੀ ਨੂੰ ਦੂਰ ਕਰੀਏ, ਘਰਾਂ ਘਰਾਂ ਵਿੱਚ ਸੁੱਖ ਆਵੇ। ਘਰ ਬਹੁਤ ਅੱਜ ਬਰਬਾਦ ਹੋ ਰਹੇ ਹੈ। ਮੈਨੂੰ ਬੜੀ ਚਿੰਤਾ ਲੱਗਦੀ ਹੈ ਜਦੋਂ ਰੋਜ਼ ਕੋਈ ਫੋਨ ਆਉਂਦਾ, ਅੱਜ ਇੱਥੇ ਡੈਥ ਹੋ ਗਈ, 2 ਘੰਟੇ ਬਾਅਦ ਦੂਜੇ ਥਾਂ ਹੋ ਗਈ, 4-4 5-5 ਡੈਥਸ ਇੱਕੋ ਦਿਨ ਦੇ ਵਿੱਚ ਸੁਨੇਹੇ ਜਦੋਂ ਆਉਂਦੇ ਹੈ। ਸੱਚ ਜਾਣਿਓ ਪਿੱਟੇਵਨ ਸਾਹਿਬ, ਬੜਾ ਮਨ ਦੁੱਖ ਹੁੰਦਾ ਹੈ, ਔਰ ਕਈਆਂ ਥਾਵਾਂ 'ਤੇ ਅਫਸੋਸ ਵੀ ਨਹੀਂ ਕਰਨ ਜਾ ਸਕੀ। ਮੈਂ ਉਹਨਾਂ ਕੋਲ ਵੀ ਮਾਫੀ ਮੰਗਦੀ ਹਾਂ। ਮੇਰੀਆਂ ਮਜਬੂਰੀਆਂ, ਪੰਥ ਦੇ ਕਾਰਜ, ਪੰਥ ਨੂੰ ਅਸੀਂ ਅੱਜ ਸੇਵਾਵਾਂ ਜੇ ਦੇਣੀਆਂ ਤੇ ਤੁਹਾਡੀਆਂ ਸੇਵਾਵਾਂ ਦੀ ਵੀ ਲੋੜ ਹੈ। ਬਹੁਤ ਬਹੁਤ ਧੰਨਵਾਦ ਜੀ। ਕੋਵਿਡ ਵੈਕਸੀਨ ਦੀ ਬੜੀ ਘਾਟ ਹੈ ਹਲਕਾ ਪਲਾਸ ਵਿੱਚ, ਜਦੋਂ ਵੀ ਕੋਈ ਜਾਂਦਾ ਹਸਪੀਟਲ ਕਹਿੰਦੇ ਜੀ ਹੈ ਨਹੀਂ, ਖਤਮ ਹੈ ਜੀ। ਕੋਈ ਸ਼੍ਰੋਮਣੀ ਕਮੇਟੀ ਵੀ ਕੋਈ ਇਦਾਂ ਦਾ ਕੋਵਿਡ ਵੈਕਸੀਨ ਦੀ ਜਿੰਨੀ ਸਾਡੀ ਵੈਕਸੀਨ ਸੀ ਅਸੀਂ ਫ੍ਰੀ ਲਾਈ ਹੈ। ਅਸੀਂ ਮੁੱਲ ਲੈਂਦੇ ਸੀ ਸਰਕਾਰ ਕੋਲੋਂ, ਅਸੀਂ ਸਾਰੀ ਵੈਕਸੀਨ ਫ੍ਰੀ ਕੀਤੀ, ਸਭ ਲਾਏ, ਔਰ ਬੁਲਾ ਕੇ ਕੈਂਪ ਲਾ ਕੇ ਅਸੀਂ ਕੀਤੀ। ਪਰ ਹੁਣ ਕਿਉਂਕਿ ਸਰਕਾਰ ਨੇ ਹੀ ਬੰਦ ਕਰ ਦਿੱਤੀ ਵੈਕਸੀਨ ਦੇਣੀ, ਹੁਣ ਸਰਕਾਰ ਕਹਿੰਦੀ ਹੈ ਕੋਈ ਥੋੜ੍ਹੀ ਬਹੁਤੀ ਜਿਹੜੀ ਕਿ ਅਸੀਂ ਆਪਣੇ ਹਸਪਤਾਲਾਂ 'ਚੋਂ ਵੰਡਦੇ ਹੋਣਗੇ, ਪਰ ਅਜੇ ਤੱਕ ਉਹ ਬੰਦ ਹੈ। ਅਸੀਂ ਤੇ ਫਾਈਜ਼ਰ ਕੰਪਨੀ ਨੂੰ ਵੀ ਅਸੀਂ ਉੱਥੇ ਅਮਰੀਕਾ ਤੱਕ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਲਿਖ ਕੇ ਦਿੱਤਾ ਕਿ ਸਾਨੂੰ ਜਲਦੀ ਅਲਾਓ ਕਰੋ, ਅਸੀਂ ਪ੍ਰਬੰਧ ਕਰ ਲਿਆ। ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਤੋਂ ਫਾਈਜ਼ਰ ਇਹ ਜਿਹੜੇ ਵੈਕਸੀਨ ਹੈ ਉਹ ਅਸੀਂ ਮੰਗਾਈਏ। ਸਾਡੇ ਤੇ ਮਨ ਵਿੱਚ ਇੱਕ ਦਰਦ ਹੈ, ਅਸੀਂ ਤੇ ਸੇਵਾ ਕਰਨੀ ਚਾਹੁੰਦੇ ਹਾਂ। ਅਸੀਂ ਕਹਿੰਦੇ ਵੱਧ ਤੋਂ ਵੱਧ ਅਸੀਂ ਕੌਮ ਦੀ, ਦੇਸ਼ ਦੀ, ਪੰਜਾਬ ਦੀ ਸੇਵਾ ਕਰ ਸਕੀਏ। ਸਾਨੂੰ ਪਰਮਾਤਮਾ ਨੇ ਜੇ ਮੌਕਾ ਦਿੱਤਾ ਹੋਇਆ ਕਿ ਇੰਨੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਸਾਨੂੰ ਅੱਗੇ ਲਾਇਆ ਤੇ ਸਾਨੂੰ ਇਹ ਸਮਾਂ ਦਿੱਤਾ ਸੇਵਾ ਦਾ, ਅਸੀਂ ਇਹ 'ਚ ਵੱਧ ਤੋਂ ਵੱਧ ਯਤਨ ਕਰ ਸਕੀਏ। ਜਲਦੀ ਹੀ ਹੋ ਸਕਦਾ ਕਿ ਲੱਗੇ ਹੋਏ ਆ ਸਾਰੇ, ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖ ਚੁੱਕੀ ਹੈ, ਹੈਲਥ ਮਿਨਿਸਟਰ ਨੂੰ ਲਿਖ ਚੁੱਕੀ ਹੈ, ਔਰ ਜਿਹੜਾ ਕੋਵਿਡ ਜਿਹੜਾ ਇਹਨਾਂ ਦਾ ਜਨਰਲ ਡਾਇਰੈਕਟਰ ਹੈ ਉਹਨਾਂ ਨੂੰ ਲਿਖ ਚੁੱਕੀ ਹੈ। ਤੇ ਕੀ ਕਰਦੇ ਅੱਗੋਂ ਮਨਜ਼ੂਰੀ ਜ਼ਿਆਦਾ ਆਏਗੀ, ਅਸੀਂ ਉਹ ਵੈਕਸੀਨ ਵੀ ਜਿਹੜੀ ਹੈ ਅਮਰੀਕਾ ਤੋਂ ਮੰਗਾਵਾਂਗੇ ਤੇ ਬਹੁਤ ਜਲਦੀ ਅਗਲੇ ਕਾਰਜ ਜਿਹੜੇ ਉਹ ਕਰਾਂਗੇ। ਬੀਬੀ ਜੀ, ਇਹ ਜਿਹੜਾ ਸੈਂਟਰ ਹੈ ਇੱਥੇ ਦਾ ਕੋਈ ਹੈਲਪਲਾਈਨ ਨੰਬਰ ਤੁਸੀਂ ਕੋਈ ਦੱਸੋਗੇ ਲੋਕਾਂ ਨੂੰ? ਮੰਨ ਲਓ ਕਿਸੇ ਨੇ ਫੋਨ ਕਰਕੇ ਐਂਬੂਲੈਂਸ ਮੰਗਵਾਉਣੀ ਹੈ ਤਾਂ ਕੋਈ ਹੈ ਕੁਛ ਇਹਦਾ ਨੰਬਰ? ਇੱਥੇ ਅਸੀਂ ਦੱਸ ਦਿੰਦੇ ਹਾਂ ਜੀ, ਸਾਡੇ ਜਿਹੜੇ ਡਾਕਟਰ ਇੱਥੇ ਹੋਣਗੇ ਉਹਨਾਂ ਨੰਬਰ ਦੇ ਦੇਵਾਂਗੇ। ਇਹ ਜਿਹੜਾ ਇਹ ਪੈਲਸ ਵਾਲੇ ਹੈ ਇਹਨਾਂ ਨੰਬਰ ਦੇ ਦੇਵਾਂਗੇ। ਹੁਣ ਇਹ ਅਸੀਂ ਦੱਸਦੇ, ਐਂਬੂਲੈਂਸ ਬਿਲਕੁਲ ਖੜੀ ਹੈ ਜੀ ਸਾਡੀ, ਫ੍ਰੀ ਐਂਬੂਲੈਂਸ ਫ੍ਰੀ ਹੈ ਜੀ। ਅਸੀਂ ਆਪ ਛੱਡ ਕੇ ਆਵਾਂਗੇ ਮਰੀਜ਼ ਨੂੰ, ਅਸੀਂ ਆਪ ਆਪਣੀ ਐਂਬੂਲੈਂਸ ਵਿੱਚ ਛੱਡ ਕੇ। ਵੈਸੇ ਤੇ ਅਸੀਂ ਐਮਸਐਮ ਨੂੰ ਕਿਹਾ, ਉਹਨਾਂ ਨੇ ਵੀ ਖੜੀ ਕਰਤੀ ਲਿਆ ਕੇ, ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਇੱਕ ਐਂਬੂਲੈਂਸ ਤੁਸੀਂ ਵੀ ਰੱਖ ਦਿਓ, ਇੱਕ ਸਾਡੀ ਖੜੀ ਹੋਏਗੀ। ਸੋ ਅਸੀਂ ਕੋਈ ਮਰੀਜ਼ ਆਵੇ ਅਸੀਂ ਐਂਬੂਲੈਂਸ 'ਚ ਬਿਠਾ ਕੇ, ਸਾਡਾ ਡਾਕਟਰ ਨਾਲ ਜਾ ਕੇ ਉਹਨੂੰ ਛੱਡ ਕੇ ਆਏਗਾ ਜਿਸ ਹਸਪਤਾਲ 'ਚ ਕਹਿਣ। ਇਸ ਤੋਂ ਬਾਅਦ ਕੋਈ ਹੋਰ ਕਿਹੜੀ ਕੋਈ ਅਗਲਾ ਪ੍ਰੋਗਰਾਮ ਹੈ ਜੀ ਸਾਡਾ, ਦੇਖੋ ਡਾਕਟਰਸ ਦੇ ਹਿਸਾਬ ਨਾਲ ਅਸੀਂ ਤੇ ਚੱਲਣਾ ਵੀ ਕਿੰਨਾ ਸਾਡੇ ਕੋਲ ਸਟਾਫ ਹੈ ਤੇ ਕਿੰਨੇ ਸਾਡੇ ਕੋਲ ਕੰਸੈਂਟਰੇਟਰ ਆ ਰਹੇ ਹੈ। ਅਗਲਾ ਸਾਡਾ, ਕਿਉਂਕਿ ਪਟਿਆਲੇ ਦੇ ਵਿੱਚ ਵੀ ਬੜੇ ਕਹਿ ਰਹੇ ਹੈ ਕਿ ਇਹ ਕੈਪਟਨ ਸਾਹਿਬ ਦਾ ਭਾਵੇਂ ਜ਼ਿਲ੍ਹਾ ਹੈ, ਬੜੀਆਂ ਸਹੂਲਤਾਂ ਨੇ, ਪਰ ਉੱਥੇ ਵੀ ਖੋਲ੍ਹੋ। ਅਸੀਂ ਉੱਥੇ ਵੀ ਖੋਲ੍ਹਣ ਜਾ ਰਹੇ ਹਾਂ। ਰੋਪੜ ਭੱਠਾ ਸਾਹਿਬ, ਕਿਉਂਕਿ ਡਾਕਟਰ ਚੀਮਾ ਸਾਹਿਬ ਨੇ ਮੈਂ ਕਿਹਾ ਵੀ ਡਾਕਟਰ ਦਾ ਪ੍ਰਬੰਧ ਕਰ ਲਓ, ਜਿੱਥੇ ਜਿੱਥੇ ਪ੍ਰਬੰਧ ਹੋਈ ਜਾਏਗਾ ਉੱਥੇ ਖੋਲ੍ਹੀ ਜਾਵਾਂਗੇ। ਪਰ ਥੋੜ੍ਹਾ ਜਿਹਾ ਸਾਨੂੰ ਇਹ ਕੰਸੈਂਟਰੇਟਰ ਉਡੀਕਣੇ ਪੈ ਰਹੇ ਆ, ਜਿਉਂ ਪਹੁੰਚਣਗੇ ਤਿਉਂ ਅਸੀਂ ਲਾਈ ਜਾਵਾਂਗੇ। ਆਉਣ ਵਾਲੇ ਸਮੇਂ 'ਚ ਡਾਕਟਰਸ ਦੀ ਸਾਡੇ ਕੋਲ ਅਵੇਲੇਬਿਲਟੀ ਕਿੰਨੀ ਹੈ, ਅਸੀਂ ਕਿੰਨਾ ਸਟਾਫ ਲਾ ਸਕਦੇ ਹਾਂ, ਲੋਕ ਸਾਨੂੰ ਕਿੰਨਾ ਸਹਿਯੋਗ ਦੇ ਰਹੇ ਹੈ। ਮੈਂ ਤੇ ਬੇਨਤੀ ਵੀ ਕਰਦੀ ਹਾਂ ਕਿ ਜਿਹੜੇ ਡਾਕਟਰਸ ਫ੍ਰੀ ਹੈ, ਜਿਨ੍ਹਾਂ ਨੂੰ ਅਜੇ ਕੋਈ ਸਰਵਿਸ ਨਹੀਂ ਮਿਲੀ, ਜਾਂ ਜਿਹੜੇ ਡਾਕਟਰਸ ਵਿਹਲੇ ਹੋ ਚੁੱਕੇ ਹੈ, ਔਨਰੇਰੀਅਮ ਤੌਰ ਦੇ ਉੱਤੇ ਜੇ ਕੋਈ ਕੰਮ ਵੀ ਕਰਨਾ ਚਾਹੁੰਦੇ, ਅਸੀਂ ਉਹਨਾਂ ਨੂੰ ਪੇਮੈਂਟ ਵੀ ਦੇ ਦੇਵਾਂਗੇ, ਉਹਨਾਂ 'ਤੇ ਖਰਚ ਵੀ ਕਰ ਦਾਂਗੇ। ਕਮ ਸੇ ਕਮ ਵਲੰਟੀਅਰ ਹੋ ਕੇ ਆਉਣ ਤੇ ਸਹੀ, ਸਾਡਾ ਸਾਥ ਦੇਣ ਡਾਕਟਰਸ, ਕਿਉਂਕਿ ਜਿਹੜੇ ਏਜਡ ਹੋ ਗਏ ਹੈ, ਰਿਟਾਇਰ ਹੋ ਗਏ ਹੈ, ਉਹ ਡਰਦੇ ਮਾਰੇ ਘਰਾਂ 'ਚੋਂ ਨਹੀਂ ਨਿਕਲਦੇ। ਇਹਦੇ ਸ਼ਾਬਾਸ਼ ਸਾਡੇ ਨੌਜਵਾਨ ਬੱਚੇ ਹੈ ਜਿਹੜੇ ਆਪਣੀ ਜ਼ਿੰਦਗੀ ਜਾਨ ਤਲੀ 'ਤੇ ਰੱਖ ਕੇ ਤੁਰੇ ਫਿਰਦੇ ਹੈ, ਵੀ ਸੇਵਾ ਵਿੱਚ ਜੁਟੇ ਹੈ। ਮੈਂ ਧੰਨਵਾਦ ਕਰਦੀ ਸਭ ਦਾ, ਅਤੇ ਤੁਸੀਂ ਇਹ ਸਾਡੀ ਆਵਾਜ਼ ਕੌਮ ਸਾਰੇ ਪਹੁੰਚਾਓਗੇ ਤਾਂ ਜੋ ਜਿਹੜੇ ਡਾਕਟਰਸ ਘਰਾਂ 'ਚ ਵਿਹਲੇ ਬੈਠੇ ਹੋਣ, ਜਿਨ੍ਹਾਂ ਨੂੰ ਅਜੇ ਨੌਕਰੀਆਂ ਨਹੀਂ ਮਿਲੀਆਂ, ਉਹ ਆ ਕੇ ਸੇਵਾ ਜੁਟ ਜਾਣ।
ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਮਾਣ ਕਰਾਂਗੇ, ਸਤਿਕਾਰ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ